Welcome, my dear students. Let's study next chapter of 10 plus 2 class. The name of the chapter is The Story of My Life. This is from section A. The Story of My Life has been written by Helen Keller. Dear students, Helen Keller was made blind and deaf through fever at the age of 19 months. Born in 1880 at a time when blind deaf people were likely to be consigned to the poorhouse or asylum, she went on to live a fuller and more adventurous life than many before or since. Despite being blind or deaf, it was clear that Helen had a remarkable gift for communication. She learned to read and write Braille and to read lips by feeling the shapes and vibrations formed by people's mouths as they speak. This form of lip reading is one that is very difficult, and few people even ever manage to do successfully. Annie Sullivan arrived at Keller's house in March 1887 and immediately began to teach Helen to communicate by spelling words into her hand. At age 22, Keller published her autobiography, The Story of My Life, in 1903 with the help of Sullivan and Sullivan's husband, John Macy. It recounts the story of her life up to age 21 and was written during her time in college. ਪਿਆਰੇ ਬੱਚਿਓ, ਹੈਲਨ ਕੇਲਰ ਇੱਕ ਬਹੁਤ ਹੀ ਮਹਾਨ ਸ਼ਖਸੀਅਤ ਹੋਏ ਹਨ ਵਿਸ਼ਵ ਦੇ ਵਿੱਚ। ਅਜਿਹੀ ਲੇਖਿਕਾ ਜਿਸ ਦੀ ਜੀਵਨੀ ਨੂੰ ਤੁਸੀਂ ਅੱਜ ਭਾਰਤ 'ਚ ਬੈਠੇ ਵੀ ਪੜ੍ਹ ਰਹੇ ਹੋ। 1880 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ। ਇੱਕ ਬਹੁਤ ਹੀ ਵਧੀਆ ਸਵਸਥ ਅਤੇ ਪਿਆਰੀ ਬੱਚੀ ਸੀ। ਉਸਦੇ ਮਾਤਾ ਪਿਤਾ ਆਪਣੀ ਬੱਚੀ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਸਨ, ਪਰ 19 ਮਹੀਨਿਆਂ ਦੀ ਉਮਰ ਦੇ ਵਿੱਚ ਉਹਨਾਂ ਦੇ ਨਾਲ ਇੱਕ ਬੁਖਾਰ ਵਰਗੀ ਦੁਰਘਟਨਾ ਵਾਪਰੀ। ਉਸ ਬੁਖਾਰ ਨੇ ਉਹਨਾਂ ਨੂੰ ਅੰਨਾ ਕਰ ਦਿੱਤਾ ਅਤੇ ਸੁਣਨ ਦੀ ਸ਼ਕਤੀ ਛੀਨ ਲਈ। ਔਰ ਜਦੋਂ ਬੱਚਾ ਇੰਨੀ ਛੋਟੀ ਉਮਰ ਦੇ ਵਿੱਚ ਹੀ ਡੈਫ ਹੋ ਜਾਏ, ਸੁਣ ਨਾ ਸਕੇ, ਤਾਂ ਉਸ ਦਾ ਬੋਲਣਾ ਅਸੰਭਵ ਹੋ ਜਾਂਦਾ ਹੈ, ਕਿਉਂਕਿ ਭਾਸ਼ਾ ਨੂੰ ਅਸੀਂ ਸੁਣ ਕੇ ਹੀ ਸਿੱਖਦੇ ਹਾਂ। ਉਹਨਾਂ ਦਿਨਾਂ ਦੇ ਵਿੱਚ ਜਦੋਂ ਕੋਈ ਘਰ ਦੇ ਵਿੱਚ ਅਜਿਹਾ ਕੇਸ ਹੁੰਦਾ ਸੀ ਤਾਂ ਉਸ ਨੂੰ ਬੜੇ ਗਰੀਬ ਜਿਹੇ ਆਸ਼ਰਮ ਦੇ ਵਿੱਚ ਭੇਜ ਦਿੱਤਾ ਜਾਂਦਾ ਸੀ। ਤਾਂ ਹੈਲਨ ਕੇਲਰ ਨੂੰ ਇਸ ਤਰ੍ਹਾਂ ਦੇ ਕਿਸੇ ਆਸ਼ਰਮ 'ਚ ਨਹੀਂ ਭੇਜਿਆ ਗਿਆ, ਬਲਕਿ ਉਹਨਾਂ ਨੂੰ ਪੜ੍ਹਨਾ ਲਿਖਣਾ ਸਿੱਖਣ ਦਾ ਮੌਕਾ ਮਿਲਿਆ। ਤਾਂ ਉਹ ਕਹਿੰਦੇ ਕਿ ਮੇਰੇ ਕੋਲ ਪਰਮਾਤਮਾ ਵੱਲੋਂ ਦਿੱਤਾ ਹੋਇਆ ਇੱਕ ਤੋਹਫਾ ਸੀ ਕਿ ਮੈਂ ਕਮਿਊਨੀਕੇਟ ਕਰ ਸਕਦੀ ਸੀ। ਭਾਸ਼ਾ ਤੋਂ ਬਿਨਾਂ ਵੀ ਮੈਂ ਸਮਝ ਸਕਦੀ ਸੀ, ਬਹੁਤ ਸਾਰੀਆਂ ਚੀਜ਼ਾਂ ਨੂੰ ਮਹਿਸੂਸ ਕਰ ਸਕਦੀ ਸੀ। ਅਤੇ ਬਾਅਦ 'ਚੋਂ ਉਹਨਾਂ ਨੇ ਬ੍ਰੇਲ ਵੀ ਸਿੱਖੀ, ਜੋ ਕਿ ਇੱਕ ਖਾਸ ਭਾਸ਼ਾ ਹੁੰਦੀ ਹੈ। ਉਕਰੇ ਹੋਏ ਤਰੀਕੇ ਦੇ ਨਾਲ ਸ਼ਬਦ ਹੁੰਦੇ ਹਨ ਜਿਸ ਨੂੰ ਹੱਥਾਂ ਨਾਲ ਮਹਿਸੂਸ ਕਰਕੇ ਪੜ੍ਹਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਹੈਲਨ ਕੇਲਰ ਨੇ ਇੱਕ ਹੋਰ ਵਿੱਦਿਆ ਹਾਸਿਲ ਕਰ ਲਈ ਸੀ, ਲੋਕਾਂ ਦੇ ਬੁੱਲਾਂ ਨੂੰ ਪੜ੍ਹਨਾ ਮਤਲਬ ਜਦੋਂ ਅਸੀਂ ਬੋਲਦੇ ਹਾਂ ਤਾਂ ਸਾਡੇ ਬੁੱਲ ਕਈ ਆਕਾਰ ਲੈਂਦੇ ਹਨ, ਉਸ ਆਕਾਰ ਨੂੰ ਸਮਝਣਾ, ਅਤੇ ਵਾਈਬ੍ਰੇਸ਼ਨ, ਸਾਡੇ ਬੁੱਲਾਂ 'ਚੋਂ ਨਿਕਲਣ ਵਾਲੀਆਂ ਤਰੰਗਾਂ ਨੂੰ ਮਹਿਸੂਸ ਕਰਨਾ ਅਤੇ ਉਸ ਤੋਂ ਅੰਦਾਜ਼ਾ ਲਾਉਣਾ ਕਿ ਸਾਹਮਣੇ ਵਾਲਾ ਵਿਅਕਤੀ ਕੀ ਕਹਿ ਰਿਹਾ ਹੈ। ਇਸ ਬੁੱਲ ਪੜ੍ਹਨ ਵਾਲੀ ਪੱਧਤੀ ਨੂੰ ਅਸੀਂ ਟਾਟੋਮਾ ਕਹਿੰਦੇ ਹਾਂ। ਤਾਂ ਇਸ ਦੇ ਵਿੱਚ ਉਹਨਾਂ ਨੇ ਮਾਸਟਰੀ ਹਾਸਲ ਕਰ ਲਈ ਸੀ। ਹੈਲਨ ਕੇਲਰ ਕਹਿੰਦੇ ਹਨ ਕਿ ਮੇਰੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਰੋਲ ਜਿਨ੍ਹਾਂ ਨੇ ਨਿਭਾਇਆ ਉਹ ਸੀ ਐਨੀ ਮੈਨਸਫੀਲਡ ਸੁਲੀਵਾਨ, ਜੋ ਕਿ ਮਾਰਚ 1887 'ਚ ਮੇਰੀ ਜ਼ਿੰਦਗੀ 'ਚ ਆਏ, ਜਿਨ੍ਹਾਂ ਨੇ ਆਉਂਦੇ ਹੀ ਮੈਨੂੰ ਸ਼ਬਦ ਸਿਖਾਉਣੇ ਸ਼ੁਰੂ ਕਰ ਦਿੱਤੇ, ਸ਼ਬਦਾਂ ਦੀ ਦੁਨੀਆ ਨਾਲ ਮੇਰੀ ਪਛਾਣ ਕਰਾਈ। ਅਤੇ 22 ਸਾਲ ਦੀ ਉਮਰ ਦੇ ਵਿੱਚ ਹੈਲਨ ਕੇਲਰ ਨੇ ਆਪਣੀ ਜੀਵਨੀ ਲਿਖ ਲਈ, ਜਿਸ ਦੇ ਵਿੱਚ ਕਿ 1903 ਦੇ ਵਿੱਚ ਉਹਨਾਂ ਦੀ ਕਿਤਾਬ ਦ ਸਟੋਰੀ ਆਫ ਮਾਈ ਲਾਈਫ ਛਪੀ। ਉਹਨਾਂ ਦੀ ਮਦਦ ਕੀਤੀ ਸੀ ਇਸ ਦੇ ਵਿੱਚ ਐਨੀ ਸੁਲੀਵਾਨ ਔਰ ਉਹਨਾਂ ਦੇ ਹਸਬੈਂਡ ਜੌਨ ਮੇਸੀ ਨੇ। ਇਸ ਦੇ ਵਿੱਚ ਉਹਨਾਂ ਦੀ 21 ਸਾਲ ਤੱਕ ਦੀ ਜ਼ਿੰਦਗੀ ਦੀਆਂ ਘਟਨਾਵਾਂ ਸ਼ਾਮਲ ਹਨ ਔਰ ਇਹ ਉਹਨਾਂ ਨੇ ਆਪਣੀ ਕਾਲਜ ਟਾਈਮ ਲਿਖੀ ਸੀ। Now the chapter starts. First stanza. The most important day I remember in all my life is the day on which my teacher Annie Mansfield Sullivan came to me. I am filled with wonder when I consider the immeasurable contrast between the two lives which it connects. It was the 3rd of March 1887, 3 months before I was 7 years old.
ਤਾਂ ਉਹ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਦਿਨ ਸੀ। ਇਹ ਵੀ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਕਿ ਕਿਹੜਾ ਉਹਨਾਂ ਦੀ ਜ਼ਿੰਦਗੀ ਦਾ ਮਹੱਤਵਪੂਰਨ ਦਿਨ ਸੀ। ਤਾਂ ਕਹਿੰਦੇ ਕਿ ਜਿਸ ਦਿਨ ਮੇਰੀ ਟੀਚਰ ਐਨੀ ਮੈਨਸਫੀਲਡ ਸੁਲੀਵਾਨ ਮੇਰੀ ਜ਼ਿੰਦਗੀ 'ਚ ਆਈ, ਔਰ ਮੈਂ ਉਸ ਟਾਈਮ ਬਹੁਤ ਹੀ ਆਨੰਦ ਨਾਲ ਭਰ ਗਈ, ਅਦਭੁਤ ਆਨੰਦ ਨਾਲ ਭਰ ਗਈ। ਔਰ ਮੈਂ ਦੱਸ ਨਹੀਂ ਸਕਦੀ ਕਿ ਸਾਡੀ ਦੋਵਾਂ ਦੀਆਂ ਜ਼ਿੰਦਗੀਆਂ ਕਿੰਨੀਆਂ ਵੱਖੋ ਵੱਖਰੀਆਂ ਸਨ। ਇਹ ਘਟਨਾ ਹੈ 3 ਮਾਰਚ 1887 ਦੀ। ਡੇਟ ਤੁਸੀਂ ਯਾਦ ਰੱਖਣੀ ਆ, ਤੁਹਾਨੂੰ ਇਹਦੇ ਨਾਲ ਰਿਲੇਟਿਡ ਕੁਐਸਚਨ ਵੀ ਆਏਗਾ। ਔਰ ਏਜ ਵੀ ਪੁੱਛੀ ਜਾ ਸਕਦੀ ਹੈ ਕਿ ਹੈਲਨ ਕੇਲਰ ਦੀ ਏਜ ਕਿੰਨੀ ਸੀ ਜਦੋਂ ਟੀਚਰ ਆਏ। ਤਾਂ ਮੈਂ 7 ਸਾਲ ਦੀ ਹੋਣ ਵਾਲੀ ਸੀ। 7 ਸਾਲ ਦੀ ਹੋਣ 'ਚ 3 ਮਹੀਨੇ ਰਹਿ ਗਏ ਸਨ। ਔਰ 3 ਮਾਰਚ 1887 ਨੂੰ ਮੇਰੀ ਅਧਿਆਪਕਾ ਨੇ ਮੇਰੀ ਜ਼ਿੰਦਗੀ 'ਚ ਪੈਰ ਧਰਿਆ। ਇਟ ਵਾਜ਼ ਆਫਟਰਨੂਨ ਟਾਈਮ। On the afternoon of that eventful day, I stood on the porch, dumb, expectant. I guessed vaguely from my mother's sign and from the hurrying to and fro in the house that something unusual was about to happen. So I went to the door and waited on the steps. The afternoon sun penetrated the mass of honeysuckle that covered the porch and fell on my upturned face. My fingers lingered almost unconsciously on the familiar leaves and blossoms which had just come forth to greet the sweet southern spring. I did not know what the future held or marvel or surprise to me. Anger and bitterness had preyed upon me continually for weeks, and a deep languor had succeeded this passionate struggle. ਤਾਂ ਇਹ ਦੁਪਹਿਰ ਦੀ ਗੱਲ ਸੀ। ਉਸ ਦਿਨ ਮੈਂ ਆਪਣੇ ਪੋਰਚ ਦੇ ਵਿੱਚ ਖੜ੍ਹੀ ਸੀ ਔਰ ਮੈਨੂੰ ਲੱਗ ਰਿਹਾ ਸੀ ਕਿ ਘਰ ਦੇ ਵਿੱਚ ਕੋਈ ਆਉਣ ਵਾਲਾ ਹੈ। ਮੈਂ ਚੁੱਪਚਾਪ ਖੜ੍ਹੀ ਸੀ, ਇੱਕ ਤਰ੍ਹਾਂ ਉਡੀਕ ਹੀ ਰਹੀ ਸੀ ਕਿ ਕੌਣ ਆਏਗਾ। ਮੇਰੀ ਮਾਂ ਦੀਆਂ ਹਰਕਤਾਂ ਤੋਂ, ਉਹਦੇ ਇੱਧਰ ਉੱਧਰ ਭੱਜੇ ਫਿਰਨ ਤੋਂ ਮੈਨੂੰ ਇਹ ਲੱਗ ਰਿਹਾ ਸੀ ਕਿ ਸ਼ਾਇਦ ਘਰ 'ਚ ਕੋਈ ਆਏਗਾ। ਤਾਂ ਮੈਂ ਦਰਵਾਜ਼ੇ ਕੋਲ ਹੀ ਖੜ੍ਹੀ ਹੋ ਗਈ, ਉੱਥੇ ਪੌੜੀਆਂ 'ਤੇ ਹੀ ਇੰਤਜ਼ਾਰ ਕਰਨ ਲੱਗੀ। ਸੂਰਜ ਸੀ ਜਿਹੜਾ ਉਹ ਹੁਣ ਚੜ੍ਹ ਚੁੱਕਾ ਸੀ, ਫੁੱਲਾਂ ਦੇ ਉੱਤੇ ਆ ਚੁੱਕਾ ਸੀ। ਫੁੱਲ ਸਾਡੇ ਪੋਰਚ ਦੇ ਉੱਤੇ ਖਿੜੇ ਹੋਏ ਸਨ। ਉਹ ਕਹਿੰਦੀ ਹੈ ਕਿ ਮੈਂ ਆਪਣੇ ਉਂਗਲੀਆਂ ਨਾਲ ਲਗਾਤਾਰ, ਮੈਨੂੰ ਧਿਆਨ ਵੀ ਨਹੀਂ ਹੈਗਾ, ਅਤੇ ਮੈਂ ਆਪਣੇ ਰੋਜ਼ਮर्रा ਜਿਵੇਂ ਉਹਨਾਂ ਪੱਤਿਆਂ ਨੂੰ ਮੈਂ ਪਛਾਣਦੀ ਸੀ, ਫੁੱਲਾਂ ਨੂੰ ਪਛਾਣਦੀ ਸੀ, ਉਹਨਾਂ ਨੂੰ ਛੂੰਹਦੀ ਜਾ ਰਹੀ ਸੀ ਅਤੇ ਸੋਚਦੀ ਜਾ ਰਹੀ ਸੀ ਕਿ ਆਉਣ ਵਾਲੇ ਸਮੇਂ 'ਚ ਮੇਰੇ ਨਾਲ ਕੀ ਹੋਏਗਾ। ਉਸ ਸਮੇਂ ਤੱਕ ਮੇਰੀ ਜ਼ਿੰਦਗੀ 'ਚ 2 ਹੀ ਭਾਵਨਾਵਾਂ ਸੀ, ਇੱਕ ਐਂਗਰ ਮਤਲਬ ਗੁੱਸਾ, ਇੱਕ ਬਿਟਰਨੈਸ ਮਤਲਬ ਕੜਵਾਹਟ। ਔਰ ਇਸ ਨੇ ਮੈਨੂੰ ਪੂਰੀ ਤਰ੍ਹਾਂ ਜ਼ਬਤ ਕਰ ਰੱਖਿਆ ਸੀ। Have you ever been at sea in a dense fog when it seemed as if tangible white darkness shut you in and the great ship, tense and anxious, groped her way towards the shore with plummet and sounding line, and you waited with beating heart for something to happen? ਕੀ ਤੁਸੀਂ ਕਦੇ ਉਸ ਸ਼ਿਪ ਯਾਨੀ ਕਿ ਬੇੜੇ ਦੀ ਤਰ੍ਹਾਂ ਮਹਿਸੂਸ ਕੀਤਾ ਹੈ, ਜਿਹੜਾ ਕਿਸੇ ਬਹੁਤ ਵੱਡੇ ਸਮੁੰਦਰ 'ਚ ਜਾ ਰਿਹਾ ਹੈ ਅਤੇ ਉਸ ਦੇ ਆਲੇ ਦੁਆਲੇ ਸਿਰਫ ਧੁੰਦ ਹੀ ਧੁੰਦ ਹੈ, ਅੱਗੇ ਕੁਝ ਨਜ਼ਰ ਨਹੀਂ ਆ ਰਿਹਾ ਅਤੇ ਉਹ ਬੇੜਾ ਪਤਾ ਨਹੀਂ ਹੁਣ ਸਮੁੰਦਰ ਦੇ ਕਿਨਾਰੇ ਦੇ ਨੇੜੇ ਹੈ ਕਿ ਨਹੀਂ ਹੈ, ਜਦੋਂ ਸਾਨੂੰ ਪਤਾ ਵੀ ਨਹੀਂ ਲੱਗ ਰਿਹਾ ਹੁੰਦਾ ਕਿ ਇਸ ਬੇੜੀ ਦਾ ਕਦੀ ਕਿਨਾਰਾ ਮਿਲੇਗਾ ਵੀ ਇਸ ਨੂੰ ਕਿ ਨਹੀਂ। I was like that ship before my education began. Only I was without compass or sounding line and had no way of knowing how near the harbour was. ਬੱਚੇ, ਜਦੋਂ ਅਸੀਂ ਬੇੜੇ 'ਚ ਜਾਂਦੇ ਹਾਂ ਤਾਂ ਸਾਡੇ ਕੋਲ ਇੱਕ ਖਾਸ ਤਰ੍ਹਾਂ ਦੀ ਕੰਪਸ ਹੁੰਦੀ ਹੈ ਜੋ ਸਾਨੂੰ ਦਿਸ਼ਾਵਾਂ ਦੱਸਦੀ ਹੈ, ਅਤੇ ਅਸੀਂ ਆਪਣੇ ਵੱਖੋ ਵੱਖਰੇ ਸੰਦਾਂ ਔਜ਼ਾਰਾਂ ਦੇ ਨਾਲ ਦਿਸ਼ਾ ਦਾ ਪਤਾ ਲਗਾ ਸਕਦੇ ਹਾਂ। ਉਹ ਕਹਿੰਦੀ ਕਿ ਮੈਂ ਸੀ ਤਾਂ ਉਸ ਬੇੜੇ ਵਰਗੀ, ਪਰ ਮੇਰੇ ਕੋਲ ਕੁਛ ਦਿਸ਼ਾ ਦਾ ਪਤਾ ਲਾਉਣ ਦਾ ਵੀ ਤਰੀਕਾ ਨਹੀਂ ਸੀ ਕਿ ਮੇਰਾ ਕਿਨਾਰਾ ਹੁਣ ਕਿੰਨੀ ਦੂਰ ਹੈ। Light, give me light was the wordless cry of my soul, and the light of love shone on me in that very hour. Note down this point. This may be a part of the question answers. ਤਾਂ ਮੇਰੀ ਆਤਮਾ, ਇਹ ਪੁੱਛਿਆ ਜਾ ਸਕਦਾ ਹੈ ਕਿ ਉਸਦੀ ਆਤਮਾ ਕੀ ਮੰਗਦੀ ਸੀ। ਮੇਰੀ ਆਤਮਾ ਦੀ ਬਿਨਾਂ ਸ਼ਬਦਾਂ ਦੀ ਇੱਕੋ ਇੱਕ ਚੀਖ ਪੁਕਾਰ ਸੀ, ਰੋਸ਼ਨੀ ਰੋਸ਼ਨੀ ਰੋਸ਼ਨੀ, ਮੈਨੂੰ ਰੋਸ਼ਨੀ ਦਿਓ। ਔਰ ਕਿਸ ਤਰ੍ਹਾਂ ਦੀ ਰੋਸ਼ਨੀ? ਪਿਆਰ ਦੀ ਰੋਸ਼ਨੀ। ਬੱਚੇ, ਹੈਲਨ ਕੇਲਰ ਦੇ ਪਿਤਾ ਜੀ ਅਕਸਰ ਉਸ ਨੂੰ ਖਿੱਚਦੇ ਹੁੰਦੇ ਸੀ ਅਤੇ ਥੱਪੜ ਮਾਰ ਦਿੰਦੇ ਸੀ, ਕਿਉਂਕਿ ਉਹ ਨਾ ਦੇਖ ਸਕਦੀ ਸੀ, ਨਾ ਸੁਣ ਸਕਦੀ ਸੀ, ਨਾ ਬੋਲ ਸਕਦੀ ਸੀ, ਅਤੇ ਅਕਸਰ ਇੱਧਰ ਉੱਧਰ ਚੀਜ਼ਾਂ ਦੇ ਵਿੱਚ ਵੱਜਦੀ ਜਾਂ ਘਰ 'ਚ ਦੁਰਘਟਨਾਵਾਂ ਹੁੰਦੀਆਂ ਰਹਿੰਦੀਆਂ ਸਨ।
I felt approaching footsteps. I stretched out my hands as I supposed to my mother. Someone took it, and I was caught up and held close in the arms of her who had come to reveal all things to me, and more than all things else, to love me. ਤਾਂ ਮੈਨੂੰ ਮਹਿਸੂਸ ਹੋਇਆ ਕਿ ਕੋਈ ਕਦਮ ਮੇਰੇ ਵੱਲ ਵੱਧ ਰਹੇ ਨੇ, ਫੁੱਟਸਟੈਪਸ ਮਤਲਬ ਕਦਮ। ਔਰ ਮੈਂ ਆਪਣੇ ਹੱਥ ਖਿਲਾਰ ਦਿੱਤੇ ਸੋਚ ਕੇ ਕਿ ਮੇਰੇ ਮਾਤਾ ਜੀ ਆਏ ਹੋਣਗੇ। ਹਾਂ, ਕਿਸੇ ਨੇ ਮੇਰੇ ਹੱਥ ਫੜੇ, ਮੈਨੂੰ ਆਪਣੇ ਨੇੜੇ ਲਾ ਲਿਆ, ਆਪਣੀਆਂ ਬਾਹਾਂ 'ਚ ਲੈ ਲਿਆ। ਅਤੇ ਉਹ ਕੌਣ ਸੀ? ਉਹ ਕੋਈ ਅਜਿਹਾ ਇਨਸਾਨ ਸੀ ਜੋ ਮੈਨੂੰ ਸਭ ਕੁਛ ਦੱਸਣ ਲਈ ਆਇਆ ਸੀ, ਅਤੇ ਸਭ ਤੋਂ ਜ਼ਿਆਦਾ ਉਹ ਮੈਨੂੰ ਪਿਆਰ ਕਰਨ ਲਈ ਆਇਆ ਸੀ। The morning after my teacher came, she led me into her room and gave me a doll. The little blind children at the Perkins Institution had sent it, and Lara Bridgman had dressed it. ਤਾਂ ਹੈਲਨ ਕੇਲਰ ਦੇ ਅਨੁਸਾਰ ਕਿ ਅਧਿਆਪਕ ਮੈਨੂੰ ਮੇਰੇ ਕਮਰੇ 'ਚ ਲੈ ਕੇ ਗਈ ਅਤੇ ਫਿਰ ਉਹਨਾਂ ਨੇ ਇੱਕ ਗੁੱਡੀ ਮੇਰੀ ਗੋਦੀ 'ਚ ਰੱਖਤੀ। ਇਹ ਗੁੱਡੀ ਪਰਕਿਨਸ ਇੰਸਟੀਟਿਊਸ਼ਨ ਦੇ ਅੰਨੇ ਵਿਦਿਆਰਥੀਆਂ ਨੇ ਬਣਾਈ ਸੀ, ਔਰ ਇਸ ਨੂੰ ਕੱਪੜੇ ਕਿਹਨੇ ਪਹਿਨਾਏ ਸੀ? ਲਾਰਾ ਬ੍ਰਿਜਮੈਨ ਨੇ। ਬਟ ਆਈ ਡਿਡ ਨਾਟ ਨੋ ਦਿਸ ਅੰਟਿਲ ਆਫਟਰਵਰਡਸ। ਮੈਨੂੰ ਬਾਅਦ 'ਚੋਂ ਹੀ ਇਹ ਗੱਲ ਪਤਾ ਲੱਗੀ। ਵੈਨ ਆਈ ਹੈਡ ਪਲੇਡ ਵਿਦ it little while, Miss Sullivan slowly spelled into my hand the word doll. I was at once interested in this finger play and tried to imitate it. When I finally succeeded in making the letters correctly, I was flushed with childish pleasure and pride. ਤਾਂ ਮੇਰੀ ਅਧਿਆਪਕਾ ਨੇ ਜਦੋਂ ਮੈਨੂੰ ਇਹ ਗੁੱਡੀ ਦਿੱਤੀ, ਥੋੜ੍ਹੀ ਦੇਰ ਮੈਂ ਗੁੱਡੀ ਨਾਲ ਖੇਲਦੀ ਰਹੀ। ਉਸ ਤੋਂ ਬਾਅਦ ਅਧਿਆਪਕਾ ਨੇ ਮੇਰਾ ਦੂਸਰਾ ਹੱਥ ਫੜਿਆ ਅਤੇ ਉਸ 'ਤੇ ਇੱਕ ਸ਼ਬਦ ਲਿਖ ਦਿੱਤਾ, ਡੋਲ, DOLL। ਮੈਨੂੰ ਉਹਨਾਂ ਦੀ ਉਂਗਲੀਆਂ ਦੀ ਇਹ ਖੇਡ ਬੜੀ ਵਧੀਆ ਲੱਗੀ। ਮੈਂ ਉਹਨਾਂ ਦੇ ਹੱਥ 'ਤੇ ਖੇਡ ਖੇਡਣੀ ਸ਼ੁਰੂ ਕਰਤੀ ਅਤੇ ਇਸੇ ਤਰ੍ਹਾਂ ਇਸ ਨੂੰ ਇਮੀਟੇਟ ਮਤਲਬ ਇਸ ਦੀ ਨਕਲ ਕੀਤੀ। ਨਕਲ ਕਰਦੇ ਕਰਦੇ ਹੌਲੀ ਹੌਲੀ ਮੈਨੂੰ ਉਹ ਸ਼ਬਦ ਲਿਖਣਾ ਆ ਗਿਆ ਅਤੇ ਮੈਂ ਬੱਚਿਆਂ ਵਾਲੀ ਇੱਕ ਆਨੰਦ ਅਤੇ ਮਾਣ ਨਾਲ ਭਰ ਗਈ। ਰਨਿੰਗ ਡਾਊਨ ਸਟੇਅਰਸ ਟੂ ਮਾਈ ਮਦਰ, ਆਈ ਹੈਲਡ ਅਪ ਮਾਈ ਹੈਂਡ ਐਂਡ ਮੇਡ ਦ ਲੈਟਰਸ ਫॉर ਡੋਲ। ਮੈਂ ਉਸ ਖੁਸ਼ੀ 'ਚ ਭੱਜੀ ਨੀਚੇ ਆਪਣੀ ਮਾਂ ਕੋਲ ਗਈ, ਉਸ ਦਾ ਹੱਥ ਫੜਿਆ ਅਤੇ ਉਸ ਦੇ ਉੱਤੇ ਡੋਲ ਸ਼ਬਦ ਲਿਖ ਦਿੱਤਾ। ਆਈ ਡਿਡ ਨਾਟ ਨੋ ਦੈਟ I was spelling a word or even that words existed. ਤਾਂ ਬੱਚਿਓ, ਉਹਨਾਂ ਦੀ ਦੁਨੀਆ ਹੁਣ ਤੱਕ ਹਨੇਰੀ ਸੀ, ਕੋਈ ਭਾਸ਼ਾ ਨਹੀਂ ਸੀ ਉਹਨਾਂ ਦੀ ਦੁਨੀਆ 'ਚ, ਕੋਈ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਸ਼ਬਦ ਨਾਂ ਦੀ ਵੀ ਕੋਈ ਚੀਜ਼ ਹੁੰਦੀ ਹੈ। ਸੋ ਉਹਨਾਂ ਲਈ ਤਾਂ ਇਹ ਇੱਕ ਖੇਡ ਸੀ। ਉਹ ਕਹਿੰਦੇ ਕਿ ਮੈਨੂੰ ਉਦੋਂ ਤੱਕ ਇਹੀ ਨਹੀਂ ਸੀ ਪਤਾ ਕਿ ਮੈਂ ਇੱਕ ਸ਼ਬਦ ਸਿੱਖ ਲਿਆ। ਤਾਂ ਉਸ ਤੋਂ ਬਾਅਦ ਮੇਰਾ ਜਿਹੜਾ ਸਿੱਖਣ ਦਾ ਸਿਲਸਿਲਾ ਸੀ ਇਹ ਚੱਲਦਾ ਰਿਹਾ। ਆਈ ਵਾਜ਼ ਸਿੰਪਲੀ ਮੇਕਿੰਗ ਮਾਈ ਫਿੰਗਰਸ ਗੋ ਇਨ ਮੰਕੀ ਲਾਈਕ ਇਮੀਟੇਸ਼ਨ। ਤਾਂ ਮੇਰੇ ਅਧਿਆਪਕ ਜੋ ਵੀ ਮੈਨੂੰ ਸਿਖਾਉਂਦੇ, ਮੈਂ ਬਾਂਦਰਾਂ ਦੀ ਤਰ੍ਹਾਂ ਉਹਦੀ ਨਕਲ ਕਰ ਦਿੰਦੀ ਅਤੇ ਇਸ ਤਰ੍ਹਾਂ ਮੈਂ ਸ਼ਬਦ ਸਿੱਖਦੀ ਜਾ ਰਹੀ ਸੀ। In the days that followed, I learned to spell in this uncomprehending way a great many words, among them pin, hat, cup, and a few verbs like sit, stand, walk. But my teacher had been with me several weeks before I understood that everything has a name. ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਬਹੁਤ ਸਾਰੇ ਹੋਰ ਸ਼ਬਦ ਇਸੇ ਤਰ੍ਹਾਂ ਨਕਲ ਕਰਦੇ ਸਿੱਖ ਲਏ। ਪਿਨ, ਹੈਟ, ਕੱਪ, ਸਿਟ, ਸਟੈਂਡ, ਵਾਕ। ਤਾਂ ਇਹ ਸਭ ਸ਼ਬਦ ਮੈਨੂੰ ਮੇਰੇ ਅਧਿਆਪਕਾਂ ਨੇ ਸਿਖਾਏ। ਤਾਂ ਇਹ ਸਮਝਣ 'ਚ ਮੈਨੂੰ ਕੁਝ ਹਫ਼ਤੇ ਲੱਗ ਗਏ ਕਿ ਹਰ ਚੀਜ਼ ਦਾ ਇੱਕ ਨਾਮ ਹੁੰਦਾ ਹੈ। One day while I was playing with my new doll, Miss Sullivan put my big rag doll into my lap and also spelled doll, and tried to make me understand that doll applied to both. Earlier in that day, we had a tussle over the words mug and water. ਤਾਂ ਉਹ ਕਹਿੰਦੇ ਕਿ ਇੱਕ ਦਿਨ ਮਿਸ ਸੁਲੀਵਾਨ ਮੇਰੇ ਕੋਲ ਇੱਕ ਹੋਰ ਡੋਲ ਲਿਆਈ। ਉਹ ਉਸ ਤੋਂ ਵੱਡੀ ਸੀ, ਕੱਪੜੇ ਦੀ ਬਣੀ ਹੋਈ ਸੀ, ਰੈਗ ਡੋਲ, ਫਟੇ ਕੱਪੜੇ ਦੀ ਬਣੀ ਹੋਈ ਸੀ। ਔਰ ਉਸ ਡੋਲ ਨੂੰ ਉਹਨਾਂ ਨੇ ਮੈਨੂੰ ਦੇ ਕੇ ਮੇਰੇ ਹੱਥ 'ਤੇ ਫਿਰ ਲਿੱਤਾ ਡੋਲ। ਮੈਂ ਪਹਿਲਾਂ ਹੀ ਖਿਜੀ ਹੋਈ ਸੀ ਕਿਉਂਕਿ ਪਹਿਲਾਂ ਹੀ ਉਹ ਮੈਨੂੰ ਮੱਗ ਅਤੇ ਵਾਟਰ ਸਿਖਾ ਰਹੇ ਸੀ ਅਤੇ ਮੈਨੂੰ ਸਮਝ ਨਹੀਂ ਆ ਰਿਹਾ ਸੀ। ਮਿਸ ਸੁਲੀਵਾਨ ਹੈਡ ਟਰਾਈਡ ਟੂ ਇੰਪ੍ਰੈਸ ਇਟ ਅਪੋਨ ਮੀ ਦੈਟ ਮੱਗ ਇਜ਼ ਮੱਗ ਐਂਡ ਵਾਟਰ ਇਜ਼ ਵਾਟਰ। ਮੈਨੂੰ ਮੱਗ ਅਤੇ ਵਾਟਰ ਦੋ ਸ਼ਬਦ ਸਿਖਾਏ ਜਾ ਰਹੇ ਸਨ। ਮੈਂ ਦੋਵਾਂ 'ਚ ਉਲਝ ਰਹੀ ਸੀ ਅਤੇ ਮਿਸ ਸੁਲੀਵਾਨ ਨੇ ਪੂਰਾ ਜ਼ੋਰ ਲਗਾਤਾ ਮੈਨੂੰ ਸਿਖਾਉਣ ਲਈ ਕਿ ਮੱਗ ਹੈ, ਮੱਗ ਹੀ ਮੱਗ ਹੈ ਅਤੇ ਪਾਣੀ ਹੀ ਪਾਣੀ ਹੈ।
ਪਰ ਮੈਨੂੰ ਸਮਝ ਨਹੀਂ ਆ ਰਿਹਾ ਸੀ, ਬਟ ਆਈ ਪਰਸਿਸਟਡ ਇਨ ਕਨਫਾਊਂਡਿੰਗ ਦ ਟੂ। ਮੈਂ ਬਹੁਤ ਕੋਸ਼ਿਸ਼ ਕੀਤੀ, ਸਿੱਖ ਨਹੀਂ ਪਾਈ। ਇਨ ਡੈਸਪੇਅਰ ਸ਼ੀ ਹੈਡ ਡ੍ਰੌਪਡ ਦ ਸਬਜੈਕਟ ਫॉर ਦ ਟਾਈਮ, only to renew it at the first opportunity. I became impatient at her repeated attempts, and seizing the new doll, I dashed it upon the floor. I was keenly delighted when I felt the fragments of the broken doll at my feet. Neither sorrow nor regret followed my passionate outburst. ਤਾਂ ਜਦੋਂ ਮੈਂ ਮੱਗ 'ਤੇ ਪਾਣੀ 'ਚ ਅੰਦਰ ਹੀ ਨਹੀਂ ਸਮਝ ਪਾ ਰਹੀ ਸੀ, ਤਾਂ ਉਦੋਂ ਮੈਨੂੰ ਅਧਿਆਪਕ ਨੇ ਇੱਕ ਹੋਰ ਸ਼ਬਦ ਸਿਖਾਉਣਾ ਸ਼ੁਰੂ ਕਰਤਾ। ਇਸ ਦੇ ਨਾਲ ਮੈਂ ਬਿਲਕੁਲ ਇੰਪੇਸ਼ੈਂਟ ਹੋ ਗਈ, ਬੇਸਬਰ ਹੋ ਗਈ। ਮੈਂ ਉਸ ਗੁੱਡੀ ਨੂੰ ਭਗਾ ਕੇ ਫਰਸ਼ ਦੇ ਉੱਤੇ ਮਾਰਿਆ, ਅਤੇ ਮੈਂ ਬਹੁਤ ਕੀਨਲੀ ਡਿਲਾਈਟਡ, ਮਤਲਬ ਮੈਂ ਬਹੁਤ ਜ਼ਿਆਦਾ ਖੁਸ਼ ਸੀ ਜਦੋਂ ਮੈਂ ਪੈਰਾਂ ਨਾਲ ਮਹਿਸੂਸ ਕੀਤਾ ਉਸ ਟੁੱਟੀ ਹੋਈ ਡੋਲ ਦੇ ਫਰੈਗਮੈਂਟਸ, ਯਾਨੀ ਕਿ ਹਿੱਸਿਆਂ ਨੂੰ। ਨਾ ਹੀ ਉਸ ਸਮੇਂ ਮੇਰੇ ਦਿਲ 'ਚ ਸੌਰੋ ਮਤਲਬ ਦੁੱਖ ਆਇਆ, ਅਤੇ ਨਾ ਹੀ ਰਿਗਰੈਟ ਮਤਲਬ ਪਛਤਾਵਾ ਆਇਆ। ਆਈ ਹੈਡ ਨੋਟ ਲਵ ਦ ਡੋਲ। ਮੈਨੂੰ ਉਹ ਗੁੱਡੀ ਵਧੀਆ ਹੀ ਨਹੀਂ ਸੀ ਲੱਗੀ, ਮੈਂ ਉਹਨੂੰ ਪਿਆਰ ਹੀ ਨਹੀਂ ਸੀ ਕੀਤਾ। ਇਨ ਦ ਸਟਿਲ ਡਾਰਕ ਵਰਲਡ ਇਨ ਵਿਚ ਆਈ ਲਿਵਡ ਦੇਅਰ ਵਾਜ਼ ਨੋ ਸਟਰੋਂਗ ਸੈਂਟੀਮੈਂਟ ਆਫ ਟੈਂਡਰਨੈਸ। ਮੈਂ ਜਿਸ ਤਰ੍ਹਾਂ ਦੀ ਹਨੇਰੀ ਦੁਨੀਆ 'ਚ ਰਹਿੰਦੀ ਸੀ ਨਾ, ਉੱਥੇ ਕਿਸੇ ਤਰ੍ਹਾਂ ਦਾ ਕੋਈ ਵੀ ਭਾਵਨਾਵਾਂ ਜਾਂ ਨਜ਼ਾਕਤ ਦਾ ਕੋਈ ਸਥਾਨ ਹੀ ਨਹੀਂ ਸੀ। I felt my teacher sweep the fragments to one side of the hearth, and I had a sense of satisfaction that the cause of my discomfort was removed. ਤਾਂ ਜਦੋਂ ਮੇਰੇ ਅਧਿਆਪਕਾਂ ਨੇ ਝਾੜੂ ਨਾਲ ਉਸ ਡੋਲ ਦੇ ਹਿੱਸਿਆਂ ਨੂੰ ਪਰੇ ਕਰ ਦਿੱਤਾ, ਮੈਨੂੰ ਬਹੁਤ ਖੁਸ਼ੀ ਹੋਈ ਕਿ ਹੁਣ ਉਹ ਡੋਲ ਆਖਿਰ ਟੁੱਟੀ ਗਈ। ਭੱਠੀ ਦੇ ਨੇੜੇ ਇੱਕ ਪਾਸੇ ਜਦੋਂ ਟੀਚਰ ਨੇ ਲਾਈ ਤਾਂ ਮੈਨੂੰ ਲੱਗਿਆ ਚਲੋ ਵਧੀਆ ਹੋਇਆ, ਜਿਹੜੀ ਚੀਜ਼ ਮੈਨੂੰ ਡਿਸਕੰਫਰਟ ਦੇ ਰਹੀ ਸੀ, ਬੇਰਾਮੀ ਦੇ ਰਹੀ ਸੀ, ਉਹ ਖਤਮ ਹੋ ਗਈ। ਸ਼ੀ ਬਰੋਟ ਮੀ ਮਾਈ ਹੈਟ ਐਂਡ ਆਈ ਨਿਊ ਆਈ ਵਾਜ਼ ਗੋਇੰਗ ਆਊਟ ਇਨ ਟੂ ਦ ਵਾਰਮ ਸਨਸ਼ਾਈਨ। ਉਹ ਮੇਰੇ ਕੋਲ ਮੇਰਾ ਹੈਟ ਲੈ ਕੇ ਆਈ, ਜਿਸ ਤੋਂ ਮੈਨੂੰ ਇਹ ਪਤਾ ਲੱਗ ਗਿਆ ਕਿ ਹੁਣ ਅਸੀਂ ਨਿੱਘੀ ਨਿੱਘੀ ਧੁੱਪ 'ਚ ਚੱਲੇ ਹਾਂ। ਦਿਸ ਥਾਟ, ਇਫ ਅ ਵਰਡਲੈਸ ਸੈਂਸੇਸ਼ਨ ਮੇ ਬੀ ਕਾਲਡ ਅ ਥਾਟ, ਮੇਡ ਮੀ ਹੌਪ ਐਂਡ ਸਕਿਪ ਵਿਦ ਪਲੈਜ਼ਰ। ਤਾਂ ਇਹ ਖਿਆਲ, ਜਿਸ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਬਿਨਾਂ ਸ਼ਬਦਾਂ ਵਾਲਾ ਇੱਕ ਖਿਆਲ ਹੈ, ਇਸ ਨੇ ਮੈਨੂੰ ਕੁੱਦਣ ਲਾ ਦਿੱਤਾ ਔਰ ਮੈਂ ਆਨੰਦ ਨਾਲ ਭਰ ਗਈ। We walked down the path to well house, attracted by the fragrance of the honeysuckle with which it was covered. Someone was drawing water, and my teacher placed my hand under the spout. ਤਾਂ ਉਸ ਦਿਨ ਅਸੀਂ ਵੈਲ ਹਾਊਸ ਵੱਲ ਨੂੰ ਚੱਲ ਪਏ, ਖੂਹ ਵਾਲੇ ਘਰ ਨੂੰ ਚੱਲ ਪਏ, ਅਤੇ ਉੱਥੇ ਫੁੱਲ ਬੜੇ ਖਿੜੇ ਹੋਏ ਸਨ, ਅਤੇ ਮੈਂ ਬੜੀ ਆਕਰਸ਼ਿਤ ਹੋ ਰਹੀ ਸੀ ਉਹਨਾਂ ਦੀ ਖੁਸ਼ਬੂ ਨਾਲ। ਉੱਥੇ ਕੋਈ ਪਾਣੀ ਦੇ ਰਿਹਾ ਸੀ, ਔਰ ਮੇਰੇ ਅਧਿਆਪਕਾਂ ਨੇ ਮੇਰਾ ਹੱਥ ਉਸ ਪਾਣੀ ਦੇ ਵਹਿਣ ਥੱਲੇ ਕਰ ਦਿੱਤਾ। As the cool stream gushed over one hand, she spelled into the other the word water. First slowly, then rapidly. ਜਦੋਂ ਹੀ ਉਹ ਠੰਡਾ ਠੰਡਾ ਪਾਣੀ ਦਾ ਫੁਹਾਰਾ ਮੇਰੇ ਹੱਥ 'ਤੇ ਪਿਆ, ਤਾਂ ਮੇਰੇ ਅਧਿਆਪਕਾਂ ਨੇ ਇੱਕ ਹੱਥ ਮੇਰਾ ਪਾਣੀ ਦੇ ਨੀਚੇ ਅਹਿਸਾਸ ਕਰਾਉਂਦੇ ਹੋਏ ਦੂਸਰੇ ਹੱਥ 'ਤੇ ਲਿਖ ਦਿੱਤਾ ਵਾਟਰ। ਪਹਿਲਾਂ ਹੌਲੀ ਹੌਲੀ, ਫਿਰ ਤੇਜ਼ ਤੇਜ਼। I stood still, my whole attention fixed upon the motions of her fingers. ਮੈਂ ਇੱਕਦਮ ਜੜ ਹੋ ਕੇ ਖੜੀ ਹੋ ਗਈ, ਬਿਲਕੁਲ ਨਹੀਂ ਹਿੱਲੀ। ਚੁੱਪਚਾਪ ਮੈਂ ਆਪਣੀ ਟੀਚਰ ਦੀ ਉਂਗਲਾਂ ਦੀ ਉਸ ਮੋਸ਼ਨ ਨੂੰ ਮਹਿਸੂਸ ਕੀਤਾ ਕਿ ਕਿਸ ਤਰ੍ਹਾਂ ਉਹਨਾਂ ਦੀਆਂ ਉਂਗਲਾਂ ਚੱਲ ਰਹੀਆਂ ਹਨ। Suddenly I felt a misty consciousness as of something forgotten, a thrill of returning thought, and somehow the mystery of language was revealed to me. ਅਚਾਨਕ ਹੀ ਮੇਰੇ ਅੰਦਰ ਇੱਕ ਅਦਭੁਤ ਚੇਤਨਾ ਆ ਗਈ, ਇੱਕ ਪਰਮਾਤਮਾ ਵੱਲੋਂ ਹੀ ਚੇਤਨਾ ਆ ਗਈ, ਜਿਸ ਦੇ ਨਾਲ ਮੈਨੂੰ ਐਵੇਂ ਲੱਗਿਆ ਜਿਵੇਂ ਕੋਈ ਬੜੀ ਪੁਰਾਣੀ ਭੁੱਲ ਚੁੱਕੀ ਚੀਜ਼ ਮੈਨੂੰ ਦੁਬਾਰਾ ਯਾਦ ਆ ਗਈ, ਅਤੇ ਉਸ ਭਾਸ਼ਾ ਦਾ ਭੇਦ ਮੇਰੇ ਸਾਹਮਣੇ ਖੁੱਲ੍ਹ ਗਿਆ। I knew then that water meant the wonderful cool something that was flowing over my hand. ਤਾਂ ਮੈਨੂੰ ਉਸ ਦਿਨ ਪਤਾ ਲੱਗਾ ਕਿ ਪਾਣੀ ਉਹ ਪਿਆਰੀ ਪਿਆਰੀ ਠੰਡੀ ਠੰਡੀ ਚੀਜ਼ ਹੈ ਜੋ ਮੇਰੇ ਹੱਥ 'ਤੇ ਵਹਿੰਦਾ ਜਾ ਰਿਹਾ ਹੈ। That living word awakened my soul, gave it light, hope, joy, set it free. There were barriers still, but it is true, but barriers that could in time be swept away. ਤਾਂ ਉਸ ਦਿਨ ਇਸ ਸਜੀਵ ਸ਼ਬਦ ਨੇ
ਜਿਹੜਾ ਪਾਣੀ ਸਜੀਵ ਸ਼ਬਦ ਸੀ, ਇਸ ਨੇ ਮੇਰੀ ਆਤਮਾ ਨੂੰ ਰੋਸ਼ਨੀ ਦੇ ਦਿੱਤੀ। ਕੀ ਮੰਗ ਰਹੀ ਸੀ ਉਸਦੀ ਆਤਮਾ ਸ਼ੁਰੂ ਤੋਂ? ਲਾਈਟ। ਤਾਂ ਕਿਸ ਸ਼ਬਦ ਨਾਲ ਮਿਲੀ ਇਹ ਲਾਈਟ? ਵਾਟਰ ਸ਼ਬਦ ਨਾਲ, ਜੋ ਕਿ ਇੱਕ ਸਜੀਵ ਸ਼ਬਦ ਸੀ। ਉਸਦੇ ਹੱਥਾਂ 'ਤੇ ਵਿਆਹ ਤਾਂ ਮੇਰੇ ਅੰਦਰ ਇੱਕ ਰੋਸ਼ਨੀ ਆ ਗਈ। ਰੋਸ਼ਨੀ ਕਿਹਦੀ? ਹੋਪ ਦੀ, ਆਸ ਦੀ, ਜੋਏ, ਆਨੰਦ ਦੀ। ਅਤੇ ਮੇਰੀ ਆਤਮਾ ਨੂੰ ਉਸਨੇ ਆਜ਼ਾਦ ਕਰ ਦਿੱਤਾ। ਹਾਲਾਂਕਿ ਹਜੇ ਵੀ ਬਹੁਤ ਬੇੜੀਆਂ ਸਨ, ਪਰ ਇਹ ਬੇੜੀਆਂ ਤੋੜੀਆਂ ਜਾ ਸਕਦੀਆਂ ਸਨ। ਮਾਈ ਡੀਅਰ ਸਟੂਡੈਂਟਸ, this is the end of part 1. I will meet you again in part 2 with rest of the story. Till then, you should have a reading practice of this chapter. ਪਿਆਰੇ ਬੱਚਿਓ, ਹੁਣ ਮੈਂ ਤੁਹਾਨੂੰ ਅਗਲੇ ਪਾਰਟ 'ਚ ਮਿਲੂੰਗੀ, ਜਿਸ 'ਚ ਮੈਂ ਤੁਹਾਨੂੰ ਬਾਕੀ ਦੀ ਅੱਧੀ ਕਹਾਣੀ ਦੱਸੂੰਗੀ। ਉਨੀ ਦੇਰ ਤੱਕ ਤੁਸੀਂ ਆਪਣੀਆਂ ਕਿਤਾਬਾਂ ਦੇ ਵਿੱਚੋਂ ਰੀਡਿੰਗ ਪ੍ਰੈਕਟਿਸ ਕਰੋ। ਪੜ੍ਹ ਕੇ ਵੇਖੋ, ਤੁਹਾਨੂੰ ਹੁਣ ਸਭ ਕੁਝ ਸਮਝ ਆਏਗਾ, ਕਿਉਂਕਿ ਮੈਂ ਤੁਹਾਨੂੰ ਪੜ੍ਹਾ ਦਿੱਤਾ ਹੈ। ਐਂਡ ਐਟ ਦ ਐਂਡ, I thank you all for subscribing my channel, for your likes and for your comments and for your feedback. I really love the response that is given by you all. I'm happy if my hard work is helping you in having a good study at your homes. Please be safe and stay at homes. ਹਮੇਸ਼ਾ ਘਰ ਰਹੋ, ਬਿਲਕੁਲ ਸੇਫ ਰਹੋ। ਅਗਰ ਮੇਰੀਆਂ ਵੀਡੀਓਜ਼ ਤੁਹਾਨੂੰ ਮਦਦ ਕਰ ਰਹੀਆਂ ਹਨ, ਤੁਸੀਂ ਲਾਈਕਸ ਦਿੰਦੇ ਹੋ, ਕਮੈਂਟਸ ਦਿੰਦੇ ਹੋ, ਉਸ ਦੇ ਨਾਲ ਮੈਨੂੰ ਬਹੁਤ ਵਧੀਆ ਲੱਗਦਾ ਹੈ, ਹੋਰ ਕੰਮ ਕਰਨ ਲਈ ਜੋਸ਼ ਮਿਲਦਾ ਹੈ। ਉਸ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। Thank you so much. Always be hopeful for a better future. Have a very nice time.